students, this is Dr. Amit Juneja, lecturer economics, Shahid Balwinder Singh, Government Senior Secondary Smart School, Sabuana District Fazilka। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਇਸ ਚੈਨਲ ਦੇ ਵਿੱਚ ਤੇ ਨਾਲ ਦੇ ਨਾਲ ਅੱਜ ਦੇ ਟੌਪਿਕ ਦੇ ਵਿੱਚ। ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਹੈ ਗੁਣਕ ਦੀ ਪ੍ਰਕਿਰਿਆ। मतलब ਅੱਜ ਆਪਾਂ ਇਹ ਦੇਖਾਂਗੇ ਕਿ ਗੁਣਕ ਜਿਹੜਾ ਹੈ ਉਹ ਕਿਵੇਂ ਕੰਮ ਕਰਦਾ ਹੈ। देखो ਆਪਾਂ अपने लास्ट लेक्चर ਦੇ ਵਿੱਚ एक गल ਕੀਤੀ ਸੀ ਵੀ ਜਿਹੜਾ ਗੁਣਕ ਹੈ ਉਹਦਾ सीमांत उपभोग प्रवृत्ति ਨਾਲ ਜਿਹੜਾ ਉਹ ਸਿੱਧਾ ਸੰਬੰਧ ਹੋਇਆ ਕਰਦਾ ਹੈ ਤੇ सीमांत बचत प्रवृत्ति ਦੇ ਨਾਲ ਉਹਦਾ ਉਲਟਾ ਸੰਬੰਧ ਹੋਇਆ ਕਰਦਾ ਹੈ। ਪਰ ਅੱਜ ਆਪਾਂ ਇਸ ਚੀਜ਼ ਨੂੰ ਪ੍ਰੂਫ ਕਰਾਂਗੇ ਕਿ ਕਿਉਂ सीमांत उपभोग प्रवृत्ति ਦੇ ਨਾਲ ਉਹਦਾ ਸਿੱਧਾ ਸੰਬੰਧ ਹੁੰਦਾ ਹੈ ਤੇ ਕਿਉਂ सीमांत बचत प्रवृत्ति ਦੇ ਨਾਲ ਉਹਦਾ ਵਿਪਰੀਤ ਸੰਬੰਧ ਹੁੰਦਾ ਹੈ। ਆਪਾਂ ਉਹਨੂੰ ਇੱਕ ਟੇਬਲ ਦੀ ਮਦਦ ਨਾਲ ਜਿਹੜਾ ਹੈ ਉਹ ਸਮਝਾਂਗੇ। ਤਾਂ ਆਪਾਂ ਉਹਦੇ ਵਾਸਤੇ ਕੀ ਕਰਦੇ ਹਾਂ, ਇੱਕ ਟੇਬਲ बनाने ता टेबल दे विच ना आपां इत्थे ले लेने आ चरण। चरण मतलब स्टेप्स। आपां सब तो पहला की करदे हां, आपां इत्थे निवेश विच बदलाव करदे हां। देखो क्योंकि हुण निवेश विच बदलाव जिहड़ा है वो आपां क्यों लिया, क्योंकि जिन्नी देर तक आपां निवेश विच बदलाव नहीं करांगे तां गुणक ने काम नहीं करना। क्योंकि गुणक की कहंदा है, वो कहंदा है कि जदों तुसी निवेश विच बदलाव करदे हो तां उनदे बदले जिहड़ी तुहानू आमदन मिलदी है वो कई गुना ज्यादा मिलदी है। आई रिपीट कि गुणक जिहड़ा है निवेश गुणक की कहंदा है भी जिन्ना तुसी निवेश करदे हो मतलब जिन्ना तुसी किसी काम च पैसा लांदे हो उनदे बदले जो तुहानू आमदन मिलदी है वो जिन्ना तुसी पैसा लाया हुंदा है उस तो कई गुना ज्यादा मिलदी है। ਇਹਦਾ मतलब सब तो पहला ਆਪਾਂ ਨੂੰ ਕਿਸੇ ਕੰਮ 'ਚ ਪੈਸਾ ਲਾਣਾ ਪਏਗਾ ਤਾਂ ਹੀ ਤਾਂ ਆਪਾਂ ਨੂੰ ਉਹਦੇ ਬਦਲੇ ਆਮਦਨ ਹੋਏਗੀ। ਜੇ ਆਪਾਂ ਪੈਸਾ ਲਾਵਾਂਗੇ ਨਹੀਂ ਕਿਸੇ ਕੰਮ ਦੇ ਵਿੱਚ ਆਪਾਂ ਨਿਵੇਸ਼ ਕਰਾਂਗੇ ਨਹੀਂ ਤਾਂ ਫਿਰ ਆਪਾਂ ਨੂੰ ਆਮਦਨ ਕਿੱਥੋਂ ਮਿਲੇਗੀ। ਤਾਂ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਕਰਨਾ ਪੈਣਾ ਹੈ, ਚਰਨ ਪਹਿਲਾ ਆਪਾਂ ਨੂੰ ਨਿਵੇਸ਼ ਵਿੱਚ ਬਦਲਾਵ ਜਿਹੜਾ ਹੈ ਉਹ ਕਰਨਾ ਪੈਣਾ। मतलब आदि तरफ तो कुछ ना कुछ पैसा जड़ा है वो लाना पैना। सपोज करो भी आपा की कीता अपनी तरफ तो 100 रुपए का निवेश करता तो निवेश विच बदलाव कितना हो गया 100 रुपए का। हुन सोचो भी अगर आपा निवेश कीता है, हुन ये जेडी गल मैं बोलण जा रहा ये सब तो इंपॉर्टेंट चीज है जेडी समझनी है। की होएगा ਇਹ ਨਹੀਂ ਹੋਏਗਾ ਵੀ ਤੁਸੀਂ ਕੀ ਕੀਤਾ 100 ਰੁਪਏ ਦਾ ਨਿਵੇਸ਼ ਕੀਤਾ ਕਿਸੇ ਕੰਮ 'ਚ 100 ਰੁਪਏ ਲਾਏ ਤੇ ਨਾਲ ਦੇ ਨਾਲ ਤੁਹਾਨੂੰ ਦੁੱਗਣਾ ਤਿਗੁਣਾ 4 ਗੁਣਾ 5 ਗੁਣਾ ਪੈਸਾ ਮਿਲ ਗਿਆ। ਜੇ 2 ਗੁਣਾ ਮਿਲ ਗਿਆ ਤੁਸੀਂ ਕਹੋਗੇ ਗੁਣਕ 2, 5 ਗੁਣਾ ਮਿਲ ਗਿਆ ਤੁਸੀਂ ਕਹੋਗੇ ਗੁਣਕ 5, 10 ਗੁਣਾ ਮਿਲ ਗਿਆ ਤੁਸੀਂ ਕਹੋਗੇ ਗੁਣਕ 10। ਪਰ ਇਹ ਨਹੀਂ ਹੋਏਗਾ ਵੀ ਜਿਵੇਂ ਹੀ ਤੁਸੀਂ ਪੈਸਾ ਲਗਾਓਗੇ ਨਾਲ ਦੇ ਨਾਲ ਤੁਹਾਨੂੰ ਦੁੱਗਣਾ ਤਿਗੁਣਾ 4 ਗੁਣਾ 5 ਗੁਣਾ 10 ਗੁਣਾ ਮਿਲਣਾ ਸ਼ੁਰੂ ਹੋ ਜਾਏਗਾ। ਐਵੇਂ ਨਹੀਂ ਹੁੰਦਾ। सोच के देखो अगर आप कॉमन सेंस लगाइए, एक आम आदमी की गल करिए, एक आम आदमी ने किसी काम दे विच 100 रुपए लगाए ਤਾਂ ਹੁਣ ਉਹ 100 रुपए की ने ਉਹਦਾ ਨਿਵੇਸ਼। ਨਿਵੇਸ਼ एक तरह का खर्चा ਹੁੰਦਾ है। क्यों ਹੁੰਦਾ? मैं की बोलिया, मैं क्या उस बंदे ने किसी काम दे विच 100 रुपए लगाए पैसे लगा रहा है मतलब की हो रहा है खर्चा हो रहा है। हुन एक बंदे दा खर्चा जड़ा वो अगले बंदे दी आमदन हुंदी है। मैं क्या भी निवेश जो है वो की है वो एक तरह का खर्चा है जो एक बंदा कर रहा है। एक बंदा कहता है मैं किसी काम दे विच 100 रुपए लगा रहा मतलब मेरा खर्चा 100 रुपए। मान लो उन्हें 100 रुपए की कोई मशीन खरीदी या 100 रुपए का कोई पार्ट खरीदा कुछ खरीदा उन्हें 100 रुपए लगाए ਤਾਂ ਜਿਹੜੇ ਬੰਦੇ ਕੋਲੋਂ ਉਹਨੇ ਉਹ 100 ਰੁਪਏ ਦਾ ਸਾਮਾਨ ਖਰੀਦਿਆ ਉਸ ਨੂੰ ਉਹਨੇ 100 ਰੁਪਏ ਦੇ ਦਿੱਤੇ। ਮੰਨ ਲਓ ਮੈਂ ਕਹਿੰਦਾ ਕਿ ਅਮਿਤ ਨੇ 100 ਰੁਪਏ ਦਾ ਨਿਵੇਸ਼ ਕੀਤਾ ਤਾਂ 100 ਰੁਪਏ ਕਿਸੇ ਕੰਮ ਦੇ ਵਿੱਚ ਲਾਏ। ਮੈਂ 100 ਰੁਪਏ ਦੀ ਇੱਕ ਮਸ਼ੀਨ ਆਪਣੇ ਦੋਸਤ ਅਜੇ ਕੋਲੋਂ ਖਰੀਦੀ ਤਾਂ ਮੈਂ ਕੀ ਕੀਤਾ 100 ਰੁਪਏ ਲਾਏ मतलब मैं 100 ਰੁਪਏ ਅਜੇ ਨੂੰ ਦੇ ਦਿੱਤੇ। जे मैं 100 रुपए अजय ਨੂੰ ਦਿੱਤੇ ਇਹਦਾ मतलब मेरा खर्चा कितना होया 100 रुपए ਤਾਂ ਅਜय ਦੀ ਆਮਦਨ ਕਿੰਨੀ ਹੋਈ 100 रुपए। मतलब की होया भी ਜਦੋਂ ਤੁਸੀਂ ਨਿਵੇਸ਼ ਕਰੋਗੇ
ਤੁਸੀਂ ਖਰਚਾ ਕਰੋਗੇ, ਜਿੰਨਾ ਤੁਸੀਂ ਖਰਚਾ ਕਰੋਗੇ ਅਗਲੇ ਬੰਦੇ ਦੀ ਆਮਦਨ ਉਨੀ ਹੀ ਹੋਣੀ ਹੈ। ਯਾਨੀ ਅਗਰ ਤੁਸੀਂ ਨਿਵੇਸ਼ ਵਿੱਚ ਬਦਲਾਵ ਕੀਤਾ ਤਾਂ ਅਗਲੇ ਬੰਦੇ ਦੀ ਆਮਦਨ ਵਿੱਚ ਬਦਲਾਵ ਕਿੰਨਾ ਆ ਗਿਆ 100 ਰੁਪਏ ਦਾ। ਹੁਣ ਇਹ ਨਿਵੇਸ਼ ਕਿੰਦਾ ਸੀ, ਇਹ ਨਿਵੇਸ਼ ਸੀ ਮੇਰਾ ਯਾਨੀ ਕਿ ਅਮਿਤ ਦਾ। ਮੈਂ ਕਿੰਦੇ ਕੋਲੋਂ ਚੀਜ਼ ਖਰੀਦੀ, ਅਜੇ ਕੋਲੋਂ, ਤਾਂ ਆ ਆਮਦਨ ਚ ਬਦਲਾਵ ਕਿੰਦਾ ਆਇਆ, ਅਜੇ ਦਾ। ਹੁਣ ਹੈਗਾ ਮੈਕਰੋ ਦਾ ਟੌਪਿਕ ਹੈ, ਸਮਸ਼ਟੀ ਦਾ ਟੌਪਿਕ ਹੈ, ਪਰ ਆਪਾਂ ਨੂੰ ਵਿਅਸ਼ਟੀ ਨਾਲ ਵੀ ਸਮਝ ਸਕਦੇ ਹਾਂ, ਕਿਉਂਕਿ ਮੈਂ ਅਮਿਤ ਅਜੇ ਇੱਕ ਇੱਕ ਬੰਦੇ ਦੀ ਗੱਲ ਕਰਦਾ ਪਿਆ ਤਾਂ ਇੱਕ ਹੀ ਚੀਜ਼ ਹੈ, ਇਹ ਆਪਣਾ ਵਿਅਸ਼ਟੀ ਬਣ ਰਿਹਾ। ਹੁਣ ਸਮਸ਼ਟੀ ਦਾ ਟੌਪਿਕ ਵਿਅਸ਼ਟੀ ਦੇ ਹਿਸਾਬ ਨਾਲ ਗੱਲ ਕੀ ਹੈ ਵੀ ਚੀਜ਼ ਸਮਝ ਆਣੀ ਚਾਹੀਦੀ ਹੈ, ਜਿਵੇਂ ਮਰਜ਼ੀ ਆਵੇ। ਤਾਂ ਮੈਂ ਕੀ ਕੀਤਾ, ਮੈਂ 100 ਰੁਪਏ ਦਾ ਨਿਵੇਸ਼ ਕੀਤਾ, ਉਹਦੇ ਕਰਕੇ ਮੈਂ 100 ਰੁਪਏ ਦਾ ਖਰਚਾ ਕੀਤਾ, 100 ਰੁਪਏ ਦਾ ਖਰਚਾ ਕਰਕੇ ਮੈਂ 100 ਰੁਪਏ ਦੀ ਚੀਜ਼ ਖਰੀਦੀ ਅਜੇ ਕੋਲੋਂ, ਤਾਂ ਮੈਂ ਅਜੇ ਨੂੰ 100 ਰੁਪਏ ਦੇ ਦਿੱਤੇ, ਤਾਂ ਅਜੇ ਦੀ ਆਮਦਨ 100 ਰੁਪਏ ਬਦਲ ਗਈ। ਠੀਕ ਹੋ ਗਿਆ। ਹੁਣ ਆਪਾਂ ਮੰਨ ਕੇ ਚੱਲਦੇ ਆ ਕਿ ਜਿਹੜੀ ਆਪਣੀ ਸੀਮਾਂਤ ਉਪਭੋਗ ਪ੍ਰਵਰਤੀ ਹੈ ਉਹ ਕਿੰਨੀ ਹੈ, ਉਹ 0.5 ਹੈ। मतलब जिन्ने किसी बंदे दी आमदन बदलेगी ना उनका अद्धा खाएगा। हनी हम अजय दी आमदन कितनी बदल गई 100 रुपए, ता अजय दा उपभोग विच बदलाव कितना है, उन्हें 100 रुपए की आमदन हुई है, उन्हें उसका अद्धा खाना है, यानी उपभोग कितना करेगा 50 रुपए का। 100 रुपए की आमदन दे विचों 50 रुपए का तो उन्हें उपभोग कर लिया, यानी बाकी 50 रुपए किथे गए, ਉਹ ਹੋਇਆ ਉਹਦੀ ਬਚਤ ਵਿੱਚ ਬਦਲਾਵ ਕਿੰਨੇ ਦਾ 50 ਰੁਪਏ ਦਾ। ਹੁਣ ਧਿਆਨ ਨਾਲ ਸੋਚੋ, ਪਹਿਲੀ ਇਕੁਏਸ਼ਨ ਇਹ ਹੋਈ ਕਿ ਸਭ ਤੋਂ ਪਹਿਲਾਂ ਮੈਂ ਅਮਿਤ ਜੁਨੇਜਾ ਨੇ 100 ਰੁਪਏ ਦਾ ਨਿਵੇਸ਼ ਕੀਤਾ, ਕਿਸੇ ਕੰਮ 'ਚ 100 ਰੁਪਏ ਲਾਏ, ਉਹ 100 ਰੁਪਏ ਮੈਂ ਅਜੇ ਨੂੰ ਦੇ ਦਿੱਤੇ। ਠੀਕ ਹੈ ਜੀ, ਅਜੇ ਦੀ ਆਮਦਨ 100 ਰੁਪਏ ਹੋ ਗਈ। ਅਜੇ ਕਹਿੰਦਾ ਮੇਰੀ ਸੀਮਾਂਤ ਉਪਭੋਗ ਪ੍ਰਵਰਤੀ 0.5 ਹੈ, मतलब मेनू जिन्नी आमदन होएगी मैं उनका अद्धा खावांगा ते अद्धा बचावांगा। तो उन्होंने आमदन हुई 100 रुपए की, उन्हें 50 रुपए का किया उपभोग ते 50 की की बचत। ठीक हो गया। हुन स्टेप 2 दे विच की होया, मैं एक बार निवेश करके खत्म, तो मैं दोबारा निवेश नहीं करना डैश। हुन सोचो भी अजय नूं 100 रुपए की आमदन हुई सी, अजय ने 50 का उपभोग किया सी, 50 बचत की सी, जिहड़ी उन्हें 50 की बचत की वो तो उनके आपदे कोल ही रहेगी, अजय कोल नहीं। सोचण दी गल है भी 100 रुपए की आमदन दे विचों उन्हें 50 की बचत की, वो कहंदा 50 रुपए का मैं खर्चदा नहीं, ये तो मैं आपदे कोल ही रख लेना, यानी आ 50 रुपए ता अजय कोल आपदे कोल ही रहे। तां उन्हें की कीता, आधा उपभोग कीता 50 रुपए, मतलब उन्हें 50 रुपए दियां चीज़ां बाजार दे विचों खरीदियां। देखो उपभोग जो है वो भी अपने आप च खर्चा, तो उन्हें 50 रुपए दियां चीज़ां बाजार दे विचों किसी को खरीदियां होणगियां। हुण जे उन्हें 50 दियां चीज़ां खरीदियां, मतलब उन्हें की कीता, आधे 100 रुपए दे विचों 50 रुपए किसी होर नूं दे दित्ते, उन्होंने 50 रुपए दिते, उनके कोलों 50 रुपए दी चीज़ां खरीद लिया, मतलब अगले बंदे की आमदन कितनी होगी 50 रुपए। यानी अगर मैं ये मान लवा भी अजय ने राजन कोलों 50 रुपए दी चीज़ां खरीदियां, अजय ने कितने का उपभोग किया 50 रुपए का उपभोग किया, मतलब कोई ना कोई चीज उन्हें खरीदी, कितने की खरीदी 50 रुपए की, मतलब अजय ने किया 50 का खर्चा। अजय ने वो 50 रुपए दी चीज़ां किंदे कोलों खरीदियां राजन कोलों, तो अजय ने की किया 50 रुपए किनु देते राजन नूं, यानी राजन की आमदन कितनी बदल गई 50 रुपए। ठीक हो गया, इत्थे गल क्लियर भी। हुण अजय की कर रहा है, अजय नूं 100 रुपए की आमदन च बदलाव आया सी, तो अजय ने उनका 50 उपभोग किया, अजय दे 50 रुपए का खर्चा करन नाल जिहड़ा राजन है उनकी आमदन कितनी होगी 50 रुपए, क्योंकि जिन्ना खर्चा अजय करेगा अगे राजन की आमदन उन्नी ही होनी है, ता राजन की आमदन कितनी होगी 50 रुपए। हुण राजन की आमदन च बदलाव 50 रुपए आ गया। राजन कहता है मेरी सीमांत उपभोग प्रवृत्ति भी 0.5 है, मतलब जितनी मैनू आमदन होएगी उनका 0.5 यानी कि अद्धा खावांगा ते अद्धा बचावांगा।
ਤਾਂ ਰਾਜਨ ਨੇ ਕੀ ਕੀਤਾ 25 ਰੁਪਏ ਦਾ ਉਪਭੋਗ ਕੀਤਾ 50 ਦਾ ਅੱਧਾ ਕਿੰਨਾ ਹੋ ਗਿਆ 25 ਤਾਂ 25 ਰੁਪਏ ਦੀ ਕੀ ਕੀਤੀ ਉਹਨੇ ਬਚਤ ਕੀਤੀ ਤਾਂ ਰਾਜਨ ਨੇ 50 रुपए की आमदन बदलन करके अपना उपभोग 25 रुपए बदल लिया हो गया हुन चरण नंबर 3 मैं फिर निवेश नहीं करना हुन राजन ने 25 रुपए का उपभोग किया मतलब राजन ने 25 रुपए दी चीज़ां बाजार दे विचों खरीदियां मतलब राजन ने खर्चा कितना किया 25 रुपए का क्योंकि 50 दे विचों 25 तो ने आधे कोल रख ले सी बचत तो 25 होगी वो तो उनके कोल रह गई खर्चा कितना किया 25 रुपए का जे खर्चा 25 का किया है इनका मतलब किसी ना किसी बंदे कोलों उन्हें 25 रुपए दी चीज़ां खरीदियां होंगियां यानी उस बंदे ਨੂੰ 25 रुपए ਦਿੱਤੇ ਹੋਣਗੇ ਤੇ ਉਹਦੇ ਕੋਲੋਂ 25 रुपए ਦੀਆਂ ਚੀਜ਼ਾਂ ਲੈ ਲਿਆ ਹੋਣਗੀਆਂ यानी ਉਹਨੇ 25 रुपए ਦਿੱਤੇ यानी अगले बंदे ਦੀ ਆਮਦਨ ਕਿੰਨੀ ਹੋਗੀ 25 रुपए ਮੰਨ ਲਿਆ ਕਿ ਰਾਜਨ ਨੇ ਕੀ ਕੀਤਾ ਸੰਜੀਵ ਕੋਲੋਂ 25 रुपए ਦੀਆਂ ਚੀਜ਼ਾਂ ਲਈਆਂ ਤਾਂ ਰਾਜਨ ਨੇ ਆਧੇ 25 रुपए ਕਿਹਨੂੰ ਦੇ ਦਿੱਤੇ ਸੰਜੀਵ ਨੂੰ ਤਾਂ ਸੰਜੀਵ ਦੀ ਆਮਦਨ ਕਿੰਨੀ ਹੋਗੀ 25 रुपए ਹੁਣ संजीव कहता है मेरी सीमांत उपभोग प्रवृत्ति भी 0.5 है मतलब जितनी मैनू आमदन हो रही है उनका अद्धा उपभोग करांगा ते अद्धा बचत करांगा यानी संजीव कहता है कि 12.5 रुपए का उपभोग करांगा ते 12.5 दी बचत करांगा यानी 25 आमदन हुई 25 आमदन करके संजीव का उपभोग कितना हो गया 12.5 रुपए हुन संजीव भी उपभोग कर रहे हैं मतलब संजीव भी की कर रहा है बाजार दे विचों मंग कर रहा है कितने रुपए दी 12.5 दी अगर 12.5 रुपए दी मंग कर रहा है ना मतलब 12.5 दा खर्चा करदा है किसी बंदे नु 12.5 रुपए दे रहा है उनदे कोलों उनदे बदले 12.5 रुपए दी चीज़ां ले हुन जिन्नू 12.5 रुपए दिते उनदी आमदन होगी 12.5 मतलब सपोज करो कि संजीव ने 12.5 का खर्चा किया उन्ने चीज़ां खरीदियां राजेश को तो राजेश की आमदन कितनी होगी 12.5 क्यों क्योंकि संजीव का खर्चा कितना सी 12.5 तो राजेश की आमदन कितनी 12.5 हुन राजेश कहता है कि मेरी सीमांत उपभोग प्रवृत्ति भी 0.5 है मतलब जितनी आमदन होगी अद्धा खावांगा ते अद्धा बचावांगा ता राजेश की करेगा 6.5 रुपए का उपभोग करेगा ते 6.5 रुपए की बचत करेगा हुन राजेश कहता है मैं 6.5 का उपभोग करना है क्यों क्योंकि मेनू आमदन कितनी हुई है 12.5 की हुन राजेश 6.5 रुपए का खर्चा कर रहा है मतलब 6.5 रुपए दी चीज़ां बाजार दे विचों खरीददा पिया जे राजेश 6.5 रुपए दी चीज़ां बाजार चों खरीदेगा इहदा मतलब किसी ना किसी पंजवें बंदे नू 6.5 रुपए देगा मान लो राजेश कहता है कि मैं वरिंदर कोलों 6.5 दी चीज़ां खरीदी मतलब राजेश ने 6.5 रुपए किलो दे दिते वरिंदर को हुन वरिंदर कहता है मेरी सीमांत उपभोग प्रवृत्ति भी 0.5 है मतलब मेनू जितनी आमदन होगी उनका अद्धा यानी कि 3.125 दा उपभोग करांगा ते 3.125 दी बचत करांगा मतलब हुन वरिंदर कितना उपभोग कर रहा है 3.125 दा मतलब एक खर्चा कितना कर रहा है 3.125 एंड मतलब अगले बंदे की आमदन कितनी हो जाएगी 3.125 ये जेड़ा है एवं चलता रहेगा लगातार अखीर ते जाके की होना जो आप एंड कर देंगे ते आप चलावांगे जोड़ हुन जोड़ थोड़ा या ध्यान ना समझना कि जोड़ किवें लगेगा आप निवेश विच बदलाव एक बारी कीता सी दोबारा आप कदे 100 लिखे ही नहीं मतलब निवेश विच बदलाव कितना होएगा 100 हुन आमदन च बदलाव कितना होना है हुन देखो मैंने ते डैश मार दे हुन इहदा थल्ले जाके टोटल कितना बनेगा मैनू की पता हुन आपां नूं ना पता करना पैना है किवें मैनू पता है कि मेरी सीमांत उपभोग प्रवृत्ति कितनी है 0.5 ता मैं लावांगा गुणक दा फार्मूला कि मेरी सीमांत उपभोग प्रवृत्ति जिहड़ी है वो 0.5 है ਇਹਦੇ ਮੁਤਾबिक मेरे गुणक का मुल कितना आना चाहिए वो कहते जी गुणक का मुल आना चाहिए इस हिसाब के नाल 2 तो कहते हैं जिन्ना तू लाया है तैनूं दा दुगना मिलना चाहिए मैं कहूंगा हुन आ है मेरी आमदन च बदलाव आ है मेरे निवेश विच बदलाव हुन इथों मैनूं की पता लग गया
K ਦਾ ਮੁੱਲ ਗੁਣਕ ਦਾ ਮੁੱਲ ਕਿੰਨਾ ਆ ਗਿਆ 2 ਮੈਨੂੰ ਮਿਲਣਾ ਕਿੰਨਾ ਚਾਹੀਦਾ ਹੈ ਪਤਾ ਨਹੀਂ ਆ ਗਈ ਨਿਵੇਸ਼ ਵਿੱਚ ਬਦਲਾਅ ਕਿੰਨਾ ਕੀਤਾ ਸੀ 100 ਰੁਪਏ ਦਾ यानी मैनू आमदन कितनी मिलनी चाहिए है इधर 100 नु गुना किया 2 नाल आमदन च बदलाव कितना आना चाहिए 200 का तेरा जोड़ जाके कितना आएगा 200 हुन ਤੁਹਾਡੀ सीमांत उपभोग प्रवृत्ति 0.5 है मतलब जिन्नी ਤੁਹਾਡੀ आमदन है कितनी 200 ਉਹਦਾ ਅੱਧਾ ਕੀ ਹੋਏਗਾ उपभोग ਤੇ ਅੱਧਾ ਕੀ ਹੋਏਗਾ बचत यानी कि आ 200 कितने बटेगे 100 रुपए ਦੀ उपभोग ਤੇ 100 रुपए ਦਾ बचत एक ही चली एक गुणक ਦੀ प्रक्रिया चली क्यों चली यानी आमदन ਆਪਾਂ ਨੂੰ 200 ਮਿਲੀ ਜਦੋਂ ਕਿ ਆਪਾਂ ਨਿਵੇਸ਼ ਕਿੰਨਾ ਕੀਤਾ ਸੀ 100 ਰੁਪਏ ਦਾ मतलब ਆਪਾਂ ਨੂੰ ਦੁੱਗਣੀ ਮਿਲੀ ਆਪਣੀ ਅਰਥ ਵਿਵਸਥਾ ਨੂੰ ਕਿਉਂ ਮਿਲੀ क्योंकि हर एक बंदा की कर रहा है जिन्नी उन्हें आमदन हो रही है उनका एक हिस्सा जेड़ा वो खर्चा कर रहा है एक हिस्सा बचत कर रहा है जो ता बचत कर ली उन्हें आधे को ही रख लिया अगले बंदे को दिता ही नहीं तब की होएगा वो अगले बंदे की आमदन होएगी नहीं यानी अगर वो अगले बंदे की आमदन नहीं होएगी तो फिर वो अगला बंदा भी बचत करेगा उन्हें आधा हिस्सा बचा लिया यानी ये पैसे यानी अगले बंदे को नहीं दिते यानी ਜਿਹੜੀਆਂ ਬਚਤਾਂ ਨੇ ਉਹ ਕੀ ਹੋ ਰਹੀ ਹੈ ਉਹ ਬਾਹਰ ਨਿਕਲ ਰਹੀ ਹੈ ਕਿਉਂਕਿ ਉਹ ਪੈਸੇ ਤਾਂ ਹਰੇਕ ਬੰਦਾ ਆਪਦੇ ਕੋਲ ਹੀ ਰੱਖ ਰਿਹਾ ਹੈ ਉਹ ਅਗਲੇ ਬੰਦੇ ਨੂੰ ਦੇ ਨਹੀਂ ਰਿਹਾ ਜੇ ਉਹ ਅਗਲੇ ਬੰਦੇ ਨੂੰ ਦਿੰਦਾ ਤਾਂ ਉਹ ਭੋਗ ਕਰਦਾ ਹੁਣ ਅਗਰ ਇਹ ਜ਼ਿਆਦਾ ਦਿੰਦਾ ਇਹ ਜ਼ਿਆਦਾ ਉਪਭੋਗ ਕਰਦਾ ਇਹਨੇ ਘੱਟ ਦਿੱਤੇ ਇਹਨੇ ਘੱਟ ਉਪਭੋਗ ਕੀਤਾ यानी ਜਿਹੜੀਆਂ ਬਚਤਾਂ ਨੇ ਉਹ ਕੀ ਨੇ ਉਹ ਆਮਦਨ ਤੇ ਉਤਪਾਦਨ ਦਾ ਜਿਹੜਾ ਚੱਕਰੀ ਪ੍ਰਵਾਹ ਸੀ ਉਹਦੇ ਵਿੱਚੋਂ ਕੀ ਨੇ ਰਿਸਾਵ ਨੇ ਵਾਪਸੀਆਂ ਨੇ ਛਿੱਦਰ ਨੇ ਲੀਕੇਜ ਨੇ मतलब जिन्ना तुसी बचत कर लिया वो तो निकल गई बाहर वो किसी काम दी नहीं मेन की चीज काम आ रही है तुसी कितना उपभोग कर रहे हो हुन सोचो भी जे अपनी सीमांत उपभोग प्रवृत्ति 0.5 सी ता आमदन का जोड़ कितना आया 200 100 रुपए का उपभोग 100 रुपए की बचत ऐना समझ लग गया मैंने उम्मीद है भी ये ਜਿਹੜੀ प्रोसेस है ਤੁਹਾਨੂੰ समझ लग गई होनी भी एक बंदे ਨੂੰ कितनी आमदन होएगी वो इस गल पे निर्भर करता है कि पिछला बंदा खर्चा कितना करता है चेक करते हैं ऐसे की होया राजन ਨੂੰ आमदन कितनी हुई 50 रुपए ਦੀ देखो आमदन च बदलाव किंदा राजन ਦਾ राजन ਨੂੰ 50 रुपए ਦੀ आमदन क्यों हुई क्योंकि अजय ने 50 रुपए ਦਾ उपभोग ਕੀਤਾ संजीव ਨੂੰ 25 रुपए ਦੀ आमदन क्यों हुई क्योंकि राजन ने 25 रुपए ਦਾ उपभोग ਕੀਤਾ राजेश ਨੂੰ 12.5 रुपए ਦੀ ਆਮਦਨ ਕਿਉਂ ਹੋਈ ਕਿਉਂਕਿ ਸੰਜੀਵ ਨੇ 12.5 ਦਾ ਉਪਭੋਗ ਕੀਤਾ ਵਰਿੰਦਰ ਨੂੰ 6.5 ਦੀ ਆਮਦਨ ਕਿਉਂ ਹੋਈ ਕਿਉਂਕਿ ਰਾਜੇਸ਼ ਨੇ 6.5 ਦਾ ਉਪਭੋਗ ਕੀਤਾ ਯਾਨੀ ਜਿੰਨਾ ਪਿਛਲਾ ਬੰਦਾ ਉਪਭੋਗ ਕਰੇਗਾ ਅਗਲੇ ਬੰਦੇ ਦੀ ਆਮਦਨ ਉਨੀ ਹੋ ਜਾਣੀ ਹੈ ਠੀਕ ਹੋ ਗਿਆ ਹੁਣ ਆਪਾਂ ਇਸ ਚੀਜ਼ ਨੂੰ ਇੱਕ ਹੋਰ ਤਰੀਕੇ ਨਾਲ ਦੇਖਦੇ ਹਾਂ ਇਹੀ ਟੇਬਲ ਆਪਾਂ ਫਿਰ ਬਣਾਉਂਦੇ ਹਾਂ ਦੁਬਾਰਾ ताकि आप प्रूव कर सकिए भी ਜਿਹੜੀ उपभोग प्रवृत्ति है ਉਹਦਾ ਗੁਣਕ ਦੇ ਨਾਲ ਸਿੱਧਾ ਸੰਬੰਧ ਹੁੰਦਾ ਹੈ ਹੁਣ ਆਪਾਂ ਇੱਥੇ ਕੀ ਕਰਦੇ ਹਾਂ ਉਵੇਂ ਹੀ ਸਭ ਤੋਂ ਪਹਿਲਾਂ ਕੀ ਲਿਖ ਲੈਂਦੇ ਆ ਚਰਨ ਇੱਧਰ ਹੋਏਗਾ ਆਮਦਨ ਵਿੱਚ ਬਦਲਾਵ ਪਹਿਲਾਂ ਆਪਾਂ ਨਿਵੇਸ਼ ਬਦਲ ਲੈਂਦੇ ਆ ਤਾਂ ਇੱਥੇ ਕੀ ਆ ਜਾਏਗਾ ਨਿਵੇਸ਼ ਵਿੱਚ ਬਦਲਾਵ ਨਿਵੇਸ਼ ਵਿੱਚ ਬਦਲਾਵ ਕਰਕੇ की होएगा आमदन विच बदलाव आमदन बदलेगी तो की होएगा उपभोग विच बदलाव जे उपभोग बदलेगा तो नाल की होएगा बचत विच बदलाव ठीक है ता चरण नंबर 1 निवेश कितना 100 दा आमदन कितनी 100 दी ਹੁਣ ਇੱਥੇ ਆਪਾਂ ਮੰਨ ਕੇ ਚੱਲ ਰਹੇ ਹਾਂ ਕਿ ਸੀਮਾਂਤ ਉਪਭੋਗ ਪ੍ਰਵਰਤੀ 0.5 ਹੈ ਜੋ ਆਪਾਂ ਪਿਛਲੇ ਟੇਬਲ 'ਚ ਮੰਨ ਕੇ ਚੱਲੇ ਸੀ ਤਾਂ ਜਿੰਨੀ ਆਮਦਨ ਹੋਏਗੀ ਅੱਧਾ ਖਾਵਾਂਗੇ 50 ਖਾਇਆ 50 ਬਚਾਇਆ ਚਰਨ ਨੰਬਰ 2 ਦੁਬਾਰਾ ਨਿਵੇਸ਼ ਨਹੀਂ ਕੀਤਾ ਉਪਭੋਗ ਕਿੰਨਾ ਕੀਤਾ 50 ਦਾ ਅਗਲੇ ਬੰਦੇ ਦੀ ਆਮਦਨ ਕਿੰਨੀ ਹੋ ਜਾਣੀ ਹੈ 50 ਅੱਧਾ ਖਾਏਗਾ ਅੱਧਾ ਬਚਾਏਗਾ ਨੰਬਰ 3 ਤੇ ਜਾ ਕੇ ਨਿਵੇਸ਼ ਆਪਾਂ ਫਿਰ ਵੀ ਕਰਨਾ उपभोग कितना बदलिया 25 का यानी अगली बारी अगले बंदे की आमदन कितनी हो जानी है 25 उपभोग कितना करेगा 12.5 का बचत कितनी करेगा 12.5 की आपा ਇੱਥੇ आके
रुक जाने आ 3 स्टेप ते। अगर आप इस 3 स्टेप के अंदर ही जोड़ ला दिए, क्योंकि मैंने पता है सारा जोड़ जाऊंगा तो 200 आएगा, आप ऑलरेडी हम टेबल बना के देख चुके हैं। पर अगर आप 3 स्टेप की जोड़ ला दिए तो जोड़ लो कितना आया 100 रुपए, इथे कितना आया 175, ठीक है। हुन 175 का अद्धा कितना आएगा 75 ते 12 87, 87.5 87.5। हुन सोचो भी ਤੁਹਾਡੇ ਗੁਣਕ ਦਾ ਮੁੱਲ ਕਿੰਨਾ, आमदन विच बदलाव बटा निवेश विच बदलाव। ਤੁਹਾਡੇ ਨਿਵੇਸ਼ ਬਦਲਾਵ ਕਿੰਨਾ ਹੈ 100, ਤੁਹਾਡੀ ਆਮਦਨ ਕਿੰਨੀ ਬਦਲੀ 175, 100 ਤੇ 50, 150 ਤੇ 25, 175 ਦਾ ਗੁਣਕ ਦਾ ਮੁੱਲ ਕਿੰਨਾ ਆ ਗਿਆ 1.75। ਹੁਣ ਸੋਚੋ ਵੀ ਅਗਰ ਇਸੇ ਚੀਜ਼ ਨੂੰ ਦੁਬਾਰਾ ਲਿਖੀਏ, ਚਰਨ ਫਿਰ ਨਿਵੇਸ਼ ਵਿੱਚ बदलाव, उनके करके आमदन विच बदलाव, उनके करके उपभोग विच बदलाव ते उनके करके बचत विच बदलाव। ठीक है। ਹੁਣ ਆਪਾਂ ਇਹਦੇ ਚ ਮੰਨ ਕੇ ਚੱਲ ਰਹੇ ਹਾਂ ਵੀ ਜੋ ਆਪਣੀ ਸੀਮਾਂਤ ਉਪਭੋਗ ਪ੍ਰਵਿਰਤੀ ਹੈ, ਠੀਕ ਹੈ, ਇਸ ਕੇਸ ਦੇ ਵਿੱਚ ਉਹ ਕਿੰਨੀ ਹੈ, ਉਹ ਹੈ 0.8। मतलब ਆਪਾਂ ਹੁਣ ਮੰਨ ਕੇ ਚੱਲਾਂਗੇ ਜਿੰਨੀ ਆਮਦਨ ਹੋਏਗੀ 80% ਦਾ ਉਪਭੋਗ ਕਰਾਂਗੇ। ਇੱਥੇ ਕਿੰਨਾ ਉਪਭੋਗ ਕਰ ਰਹੇ ਸੀ 50% ਦਾ, ਇੱਧਰ ਕਿੰਨਾ ਕਰਾਂਗੇ 80 ਦਾ। ਚਰਨ 1 ਨਿਵੇਸ਼ 100 ਬਰਾबर ਅਗਲੇ ਬੰਦੇ ਦੀ ਆਮਦਨ ਕਿੰਨੀ 100 ਰੁਪਏ। ਹੁਣ ਉਹਦਾ ਉਪਭੋਗ ਪ੍ਰਵਿਰਤੀ 0.8 ਹੈ, ਉਹ ਕਹਿੰਦਾ ਜਿੰਨੀ ਆਮਦਨ ਹੋਏਗੀ 80% ਖਾਵਾਂਗਾ, मतलब उपभोग कितना करेगा 80 का, बचत कितनी करेगा 20। नंबर 2 दोबारा निवेश नहीं करना, पहले बंदे ने 80 रुपए का खर्चा किया, यानी उपभोग कितना है 80 रुपए का, 80 रुपए दियां चीजां खरीदियां, मतलब जे 80 रुपए दियां चीजां खरीदियां मतलब खर्चा कितना किया 80 रुपए का, तो अगले बंदे की आमदन कितनी होएगी 80 रुपए। हम वो भी कहता है कि मेरी सीमांत उपभोग प्रवृत्ति जी है वो 0.8 है, मतलब कहता है 80 दे 80% का उपभोग करांगा, यानी कि 64 रुपए का। बचत कितनी करेगा फिर 16 रुपए की। नंबर 3 ते हुन इन्हें 64 रुपए का उपभोग किया, जे 64 रुपए का उपभोग करेगा तो अगले बंदे की आमदन कितनी होएगी 64 रुपए, ठीक हो गया। हुन उन्हें 64 रुपए का 80% खाना है, यानी 64 नु 0.8 ਨਾਲ ਗੁਣਾ ਕਰੋ ਤਾਂ ਇਹ ਆ ਜਾਏਗਾ ਤੁਹਾਡਾ 51.2। 64 ਦੇ ਵਿੱਚੋਂ 51.2 ਦਾ ਉਪਭੋਗ ਹੈ, मतलब 12.8 ਦੀ ਬਚਤ। ਇੱਧਰ ਕਿੰਨੇ ਸਟੈਪ ਤੇ ਰੁਕੇ ਸੀ 3 ਤੇ, ਇੱਧਰ ਵੀ ਕਿੱਥੇ ਰੁਕ ਜਾਂਦੇ ਆ 3 ਤੇ। ਤਾਂ ਆਪਾਂ ਕੀ ਕਰਦੇ ਆ ਲਾਉਂਦੇ ਆ ਜੋੜ। ਤਾਂ ਨਿਵੇਸ਼ ਵਿੱਚ ਬਦਲਾਵ 100 ਰੁਪਏ, आमदन च बदलाव 4 4 2 244, अंदर उपभोग च बदलाव 4 ते 1 5 8 6 14 ते 5 19 195.2, बचत बदलाव कितना 6 ते 2 8 2 ते 3 ते 1 4 48.8 आ गया। हुन चेक करो अगर मैं गुणक का मूल कड्डा तो डेल्टा y अपॉन डेल्टा i। हुन मेरी आमदन च कितना बदलाव होया 244, मेरे निवेश च कितना बदलाव होया सी 100, गुणक दा मुल कितना आया 2.44। देखो पहला कितना आया सी 1.75, हुन कितना आ रहा है 2.44, गुणक दा मुल वध गया जदों की होया मेरी सीमांत उपभोग प्रवृत्ति जेडी है वो वध गई। यानी इथों प्रूफ की होया, प्रूफ ए होया भी जिन्नी सीमांत उपभोग प्रवृत्ति ज्यादा होएगी, ਇੱਥੇ सीमांत उपभोग प्रवृत्ति ਸੀ 0.5, अंदर है 0.8, सीमांत उपभोग प्रवृत्ति में ਵਧਾਤੀ ਤੇ ਗੁਣਕ ਦਾ ਮੁੱਲ ਵਧ ਗਿਆ। ਕਿਵੇਂ ਵਧੇ? ਕਿਉਂਕਿ ਦੇਖੋ ਜਿੰਨੀ ਇੱਕ ਬੰਦੇ ਦੀ सीमांत उपभोग प्रवृत्ति होएगी, मतलब वो अपनी आमदन का कितने प्रतिशत हिस्सा उपभोग करेगा। यानी अगर मैं कहना कि ਇੱਥੇ मेरी सीमांत उपभोग प्रवृत्ति 0.5 है, मतलब मैं अपनी आमदन दे 50% हिस्से का उपभोग कर रहा।
ਇੱਥੇ ਮੇਰੀ ਜਿਹੜੀ ਸੀਮਾਂਤ ਉਪਭੋਗ ਪ੍ਰਵਰਤੀ ਹੈ ਉਹ 0.8 ਹੈ, मतलब मैं अपनी आमदन दे 80% हिस्से का उपभोग कर रहा। ਇੱਥੇ मैं उपभोग घट कर रहा क्योंकि 50% कर रहा, ਇੱਥੇ मैं 80% कर रहा, यानी ਇੱਥੇ मैं उपभोग की कर रहा ज्यादा कर रहा। ਹੁਣ ਸੋਚੋ ਜਿੰਨਾ ਮੈਂ उपभोग ज्यादा करांगा ਤਾਂ ਉਨਾ मैं खर्चा ज्यादा करांगा, क्योंकि उपभोग की है, उपभोग अपने आप ਦੇ ਵਿੱਚ ਇੱਕ ਖਰਚਾ ਹੈ। ਜਦੋਂ ਤੁਸੀਂ उपभोग करते हो, चीज़ां ਨੂੰ ਵਰਤਦੇ ਹੋ, चीज़ां ਨੂੰ ਵਰਤਣ ਤੋਂ ਪਹਿਲਾਂ ਬਾਜ਼ਾਰ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਖਰੀਦਣਾ ਪਏਗਾ, ਮੰਗ ਕਰਨੀ ਪਏਗੀ। ਤਾਂ ਹੁਣ ਇੱਥੇ ਤੁਸੀਂ ਆਦੀ ਅੱਧੀ ਆਮਦਨ ਦਾ ਉਪਭੋਗ ਕਰਦੇ ਪਏ ਹੋ, मतलब ਤੁਸੀਂ ਆਦੀ ਅੱਧੀ ਆਮਦਨ ਦਾ ਖਰਚਾ ਕਰਦੇ ਪਏ ਹੋ। ਜੇ ਅੱਧੀ ਆਮਦਨ ਦਾ ਖਰਚਾ ਕਰ ਰਹੇ ਹੋ, ਇਹਦਾ मतलब ਤੁਸੀਂ ਅਗਲੇ ਬੰਦੇ ਨੂੰ ਆਦੀ ਅੱਧੀ ਆਮਦਨ ਦਿੰਦੇ ਪਏ ਹੋ। ठीक है, इधर की होए, इधर मैं उपभोग कर रहा 0.8 का, मतलब मैं 80% आमदन का उपभोग करता पिया, मतलब अगले बंदे को मैं अपनी 80% आमदन दिंदा पिया। हुन जे मैं उन्हें 80% दे रहा तो वो भी अगले बंदे को आदि 80% आमदन दे रहे। हुन वो बंदा अगले को 80% आमदन देगा, वो अगले को 80% आमदन देगा, यानी हरेक पिछला बंदा अगले बंदे को ज्यादा आमदन दे रहा। हरेक पिछला बंदा अगले बंदे ਨੂੰ सिर्फ 50% आमदन दे रहा है, ਇਹਦੇ ਚ ਹਰੇਕ ਪਿਛਲਾ ਬੰਦਾ ਅਗਲੇ ਬੰਦੇ ਨੂੰ 80% ਆਮਦਨ ਦੇ ਰਿਹਾ ਹੈ। ਹੁਣ ਜਦੋਂ ਕੋ ਆਪਾਂ ਜ਼ਿਆਦਾ ਆਮਦਨ ਦੇਾਂਗੇ ਤਾਂ ਕੀ ਹੋਏਗਾ? ਹੁਣ ਮੈਨੂੰ ਅਗਰ ਆਮਦਨ ਹੋਈ, ਮੈਂ ਅਗਲੇ ਬੰਦੇ ਨੂੰ 50% ਆਮਦਨ ਦਿੱਤੀ, मतलब ਮੈਂ ਉਹਨੂੰ ਘੱਟ ਆਮਦਨ ਦਿੱਤੀ, ਉਹਨੇ ਅਗਲੇ ਨੂੰ 50 ਦਿੱਤੀ, यानी ਉਹਨੇ ਅਗਲੇ ਨੂੰ ਘੱਟ ਦਿੱਤੀ, ਉਹਨੇ ਅਗਲੇ ਨੂੰ 50 ਦਿੱਤੀ, ਉਹਨੇ ਅਗਲੇ ਨੂੰ ਘੱਟ ਦਿੱਤੀ, ਕੀ ਹੋਏਗਾ? ਗੁਣਕ ਦਾ ਮੁੱਲ ਘੱਟ ਹੋਏਗਾ। ਇੱਥੇ ਮੈਂ 80% ਦਿੱਤੀ, यानी ਪਹਿਲਾਂ ਨਾਲੋਂ ਜ਼ਿਆਦਾ, ਜਿਹਨੂੰ ਦਿੱਤੀ ਉਹਨੇ ਅਗਲੇ ਨੂੰ 80 ਦਿੱਤੀ, यानी ਪਿੱਛੇ ਕੀ ਦੇ ਰਿਹਾ ਸੀ? ਉਹ 50% ਆਮਦਨ ਦੇ ਰਿਹਾ ਸੀ, ਹੁਣ ਉਹ ਕਿੰਨੀ ਦੇ ਰਿਹਾ? 80% ਦੇ ਰਿਹਾ। ਉਹ ਅਗਲੇ ਨੂੰ 80% ਦੇਗਾ, ਉਹ ਅਗਲੇ ਨੂੰ 80% ਦੇਗਾ, ਤਾਂ ਟੋਟਲ ਆਮਦਨ ਜਿਹੜੀ ਹੈ ਉਹ ਕੀ ਹੋ ਜਾਏਗਾ? ਉਹ ਜ਼ਿਆਦਾ ਹੋਏਗੀ। ਤਾਂ ਇਸ ਕਰਕੇ ਗੁਣਕ ਦਾ ਮੁੱਲ ਜਿਹੜਾ ਹੈ ਉਹ ਵੀ ਕੀ ਹੋਏਗਾ? ਜ਼ਿਆਦਾ ਆਏਗਾ। ਜਿਸ ਕਰਕੇ ਆਪਾਂ ਇਹ ਗੱਲ ਨੂੰ ਪ੍ਰੂਫ ਕੀਤਾ ਵੀ ਜਿਹੜੀ ਸੀਮਾਂਤ ਉਪਭੋਗ ਪ੍ਰਵਰਤੀ ਹੈ ਉਹ ਕੀ ਹੈ? ਇੱਕ ਤਰੀਕੇ ਦਾ ਖਰਚਾ ਹੈ। ਜਿੰਨਾ ਤੁਸੀਂ ਖਰਚਾ ਜ਼ਿਆਦਾ ਕਰੋਗੇ, अगले बंदे ਨੂੰ ਆਮਦਨ ਉਨੀ ਜ਼ਿਆਦਾ ਹੋਏਗੀ, ਫਿਰ ਉਹ ਆਦਾ ਖਰਚਾ ਜਿੰਨਾ ਜ਼ਿਆਦਾ ਕਰੇਗਾ ਅਗਲੇ ਬੰਦੇ ਨੂੰ ਆਮਦਨ ਉਨੀ ਜ਼ਿਆਦਾ ਹੋਏਗੀ, ਉਹ ਜਿੰਨਾ ਖਰਚਾ ਜ਼ਿਆਦਾ ਕਰੇਗਾ ਅਗਲੇ ਬੰਦੇ ਨੂੰ ਆਮਦਨ ਉਨੀ ਜ਼ਿਆਦਾ ਹੋਏਗੀ। ਤਾਂ ਅਲਟੀਮੇਟਲੀ ਜੋ ਟੋਟਲ ਆਮਦਨ ਵਧੇਗੀ ਉਹ ਕੀ ਵਧੇਗੀ? ਜ਼ਿਆਦਾ ਵਧੇਗੀ, मतलब ਗੁਣਕ ਦਾ ਮੁੱਲ ਕੀ ਹੋਏਗਾ? ਜ਼ਿਆਦਾ ਹੋਏਗਾ। ਤਾਂ ਪ੍ਰੂਫ ਕੀਤਾ ਗਿਆ ਵੀ ਸੀਮਾਂਤ ਉਪਭੋਗ ਪ੍ਰਵਰਤੀ ਦਾ ਗੁਣਕ ਦੇ ਨਾਲ ਕੀ ਹੈ? ਸਿੱਧਾ ਸੰਬੰਧ ਹੈ। ਇਸੇ ਤਰ੍ਹਾਂ ਹੁਣ बचत प्रवृत्ति की गल करो, जिन्नी आपां बचत ज्यादा करांगे, ठीक है, ओने पैसे आपां आदे कोल रख ले, मतलब ओने पैसे आपां अगले बंदे नूं घट दिते, फिर ओने बचत कीती, यानी ओने अगले नूं घट दिते, फिर अगले ने बचत कीती, ओने अगले नूं घट दिते, तां जिन्नी बचत एक बंदा ज्यादा करेगा की होएगा? अगले बंदे नूं वो ओने पैसे घट देगा, तां आमदन की होएगा? घट वधेगी। जिन्नी एक बंदा बचत घट करेगा, मतलब वो उन्ने पैसे आधे को घट रखेगा, मतलब अगले ਨੂੰ ज्यादा देगा, जिस करके की होएगा? अगले बंदे ਨੂੰ आमदन की होएगी? ज्यादा होएगी, अल्टीमेटली आमदन ज्यादा बढ़ेगी। ਤਾਂ सीमांत उपभोग प्रवृत्ति ਦਾ गुणक ਦੇ ਨਾਲ ਸਿੱਧਾ ਸੰਬੰਧ ਹੈ ਤੇ सीमांत बचत प्रवृत्ति ਦਾ गुणक ਦੇ ਨਾਲ ਜਿਹੜਾ ਹੈ ਉਹ ਕੀ ਹੈ? ਉਲਟਾ ਸੰਬੰਧ ਹੈ। ਇਹ ਆਪਾਂ ਆਪਣੇ ਅੱਜ ਦੇ ਲੈਕਚਰ ਦੇ ਵਿੱਚ ਪ੍ਰੂਫ ਕੀਤਾ। अगले लेक्चर च ਆਪਾਂ ਇਹਦੀ ਪ੍ਰਕਿਰਿਆ ਨੂੰ ਸ਼ਾਰਟ ਨੋਟ ਦੇ ਵਿੱਚ ਸਮਝਾਂਗੇ। ਫਿਰ ਆਪਾਂ ਗੁਣਕ ਦੀ ਦੋ ਤਰ੍ਹਾਂ ਦੀ ਪ੍ਰਕਿਰਿਆ ਜਿਹੜੀ ਹੈ ਉਹ ਸਮਝਾਂਗੇ, ਇੱਕ ਗੁਣਕ ਦੀ ਅਨੁਕੂਲ ਪ੍ਰਕਿਰਿਆ, ਇੱਕ ਗੁਣਕ ਦੀ ਪ੍ਰਤੀਕੂਲ ਪ੍ਰਕਿਰਿਆ। ਉਹ ਕੀ ਚੀਜ਼ ਹੁੰਦੀ ਹੈ ਉਹ ਵੀ ਆਪਾਂ ਦੇਖਾਂਗੇ ਵਿਦ ਦਾ ਹੈਲਪ ਆਫ ਡਾਇਗਰਾਮ, ਠੀਕ ਹੈ। ਫਿਰ ਆਪਾਂ ਕੀ ਕਰਾਂਗੇ? nth ਚੈਪਟਰ ਦੇ ਕੁਝ ਨਿਊਮੈਰੀਕਲਸ ਜਿਹੜੇ ਨੇ ਉਹ ਵੀ ਕਰਕੇ ਦੇਖਾਂਗੇ, ਜਿਹੜੇ ਆਪਾਂ ਨੂੰ 4 ਨੰਬਰ ਦੇ ਵਿੱਚ ਜਿਹੜੇ ਨੇ ਉਹ ਆ ਸਕਦੇ ਨੇ। ਤਾਂ ਇਹ ਸਾਰਾ ਜਿਹੜਾ ਹੈ ਉਹ ਆਪਣੇ ਅਗਲੇ ਲੈਕਚਰ ਦਾ ਕੰਮ ਰਹੇਗਾ। उम्मीद है ਤੁਹਾਨੂੰ ਲੈਕਚਰ ਅੱਛਾ ਲੱਗਿਆ ਹੋਵੇਗਾ, ਪਸੰਦ ਆਇਆ ਹੋਵੇਗਾ। ਅਗਰ ਕੋਈ ਡਾਊਟ ਹੋਵੇ ਤਾਂ ਉਹਨੂੰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਲਿਖਿਆ ਜੇ, ਤੁਹਾਡੇ ਡਾਊਟ ਜ਼ਰੂਰ ਸੋਲਵ ਕੀਤੇ ਜਾਣਗੇ। ਤਾਂ ਮਿਲਦੇ ਹਾਂ ਆਪਣੇ ਅਗਲੇ ਲੈਕਚਰ ਦੇ ਵਿੱਚ। ਥੈਂਕ ਯੂ ਵੈਰੀ ਮਚ।